अब भारत पाकिस्तान के बीच संघर्ष विराम को लेकर सीमावर्ती इलाकों के लोगों में खुशी की लहर है। इसी के चलते लोगों ने संघर्ष विराम की खुशी में बटाला के बजरंग भवन मंदिर में हवन यज्ञ किया, जिसमें भगवान की पूजा अर्चना कर भारत व भारतीय सेना की उन्नति व शांति के लिए प्रार्थना की। इस अवसर पर उन्होंने कहा कि युद्ध से किसी का भला नहीं हो सकता, लेकिन कभी कभी परिस्थितियां ऐसी बन जाती है कि देशों को युद्ध के कगार पर खड़ा होना पड़ता है। विगत में यद्यपि युद्ध के संभावित परिणामों के कारण सभी लोग भय के माहौल में थे, फिर भी प्रत्येक भारतीय अपने देश और देश की सेना के साथ खड़ा था और अब युद्ध विराम के कारण सभी खुश है और इसलिए देश और देश की सेना की उन्नति के लिए हवन यज्ञ किया गया। लेकिन साथ ही उन्होंने कहा कि हम मोदी जी के प्रशंसक हैं, इसलिए लेकिन इस बार मोदी ने संघर्ष विराम की घोषणा करते समय जल्दबाजी कर दी। पाकिस्तान अब भी नहीं सुधरने वाला है, अब इसका उचित आनंद लेने का समय आ गया है। ट्रंप के दबाव में मोदी ने जल्दबाजी की। देखो सर, ਜਿਹੜਾ ਸਮਝੌਤਾ ਹੋਇਆ, ਦੇਖੋ ਮੈਂ ਵੀ ਅੱਜ ਤੋਂ ਪਹਿਲਾਂ ਮੋਦੀ ਜੀ ਦਾ ਉਹਨਾਂ ਦੇ ਕਾਮਕਾਜ, ਉਹਨਾਂ ਦੀ ਕਾਰਜਸ਼ੈਲੀ ਦਾ ਮੁਰੀਦ ਰਿਹਾ ਵਾਂ, ਬਟ ਸਰ ਹਰ ਇੱਕ ਹਿੰਦੁਸਤਾਨੀ ਜਿਹੜਾ ਆਪਣੀ ਦੇਸ਼ ਦੀ ਸੈਨਾਵਾਂ ਨਾਲ ਪਿਆਰ ਕਰਦਾ, ਉਹ ਕੱਲ੍ਹ ਦੇ ਸਮਝੌਤੇ ਤੋਂ ਬਾਅਦ ਮੰਨਦਾ ਵਾ ਕਿ ਸਮਝੌਤੇ ਲਈ ਆਪਾਂ ਜਲਦਬਾਜ਼ੀ ਕੀਤੀ ਗਈ ਹੈ। ਆਪਾਂ ਇੱਕ ਇੰਡੀਪੈਂਡੈਂਟ ਨੇਸ਼ਨ ਹੈਗੇ ਆ, ਸਾਨੂੰ ਕਿਸੇ ਦੇ ਦਬਾਅ 'ਚ ਵੀ ਆ ਕੇ ਇਹ ਡਿਸੀਜਨ ਨਹੀਂ ਲੈਣਾ ਚਾਹੀਦਾ ਕਿ ਆਪਾਂ ਸੀਜ਼ ਫਾਇਰ ਕਰਨਾ ਚਾਹੁੰਦੇ ਹਾਂ। ਮੈਂ ਮੰਨਣਾ ਜੰਗ ਕੋਈ ਨਹੀਂ ਚਾਹੁੰਦਾ ਸਰ, ਜੰਗ ਦਾ ਨੁਕਸਾਨ ਹੀ ਹੁੰਦਾ, ਪਰ ਜੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਜਿਹੜੀ ਸਾਡੇ ਦੇਸ਼ ਦੀਆਂ ਵਾ ਸੈਨਾ ਫਰੰਟ 'ਤੇ ਲੜ ਰਹੀਆਂ ਨੇ, 1-2 ਘੰਟੇ ਦੇ ਵਿੱਚ ਉਹਨਾਂ ਦੇ ਮਨੋਬਲ ਨੂੰ ਤੋੜ ਦਿੱਤਾ ਜਾਏ। ਹਵਨ ਜਿਹੜਾ ਇੱਥੇ ਕਰਾਇਆ ਗਿਆ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਹਵਨ ਦਾ ਜਿਹੜਾ ਉਦੇਸ਼ ਹੈਗਾ ਸੀ, ਇਹ ਹਵਨ ਦਾ ਉਦੇਸ਼ ਸੀ ਭਾਰਤੀ ਸੈਨਾਵਾਂ ਦਾ ਮਨੋਬਲ ਬਣਾਉਣਾ। ਭਾਰਤੀ ਆਪਾਂ ਵਿਸ਼ਵ ਦੀ ਸੁਖ ਸ਼ਾਂਤੀ ਲਈ ਹਵਨ ਕਰਾਇਆ ਸੀ, ਭਾਰਤੀ ਸੈਨਾ ਦਾ ਮਨੋਬਲ ਵਧਾਉਣ ਲਈ ਹਵਨ ਕਰਾਇਆ ਸੀ ਕਿ ਜਿਹੜੇ ਸਾਡੇ ਦੇਸ਼ ਵਾਸੀ, ਸਾਡੇ ਵੀਰ ਜਵਾਨ ਜਿਨ੍ਹਾਂ ਨੇ ਕੁਝ ਪੁੰਛ 'ਚ ਜਾਂ ਜਿਹੜੇ ਕੁਝ ਫਰੰਟ 'ਤੇ ਸਾਡੀਆਂ ਸ਼ਹਾਦਤਾਂ ਹੋਈਆਂ ਨੇ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਹਵਨ ਕਰਾਇਆ ਗਿਆ ਸੀ। ਵਿਸ਼ਵ ਸ਼ਾਂਤੀ ਲਈ ਕਿ ਦੇਸ਼ ਦੇ ਅੰਦਰ ਸ਼ਾਂਤੀ ਰਵੇ, ਬਾਕੀ ਵੀ ਲੋਕਾਂ ਦੇ ਅੰਦਰ ਸ਼ਾਂਤੀ ਰਵੇ ਤੇ ਸਾਡਾ ਸਮਾਜ ਜਿਹੜਾ ਸ਼ਕਤੀਸ਼ਾਲੀ ਬਣੇ, ਲੋਕਾਂ ਨੂੰ ਸੁੱਖ ਸੁਵਿਧਾ ਪ੍ਰਦਾਨ। ਜਿਹੜਾ ਇੰਡੀਆ ਪਾਕਿਸਤਾਨ ਦਾ ਯੁੱਧ ਹੋਇਆ, ਇਹ ਪਹਿਲਗਾਮ ਤੋਂ ਸਟਾਰਟ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਦੇਖੀਏ ਕਿ ਅੱਤਵਾਦ ਦਾ ਜਿਹੜਾ ਦੌਰ ਸੀ ਔਰ ਜਿਸ ਵੇਲੇ ਉਹਨਾਂ ਨੇ ਉੱਤੇ ਹਮਲਾ ਕੀਤਾ ਹੈ, ਉਹ ਦੇਖਿਆ ਕਿ ਜਿਹੜੀਆਂ ਨਿਊ ਵੈਸਟ ਜੋੜੇ ਸਨ ਜਿਨ੍ਹਾਂ ਦਾ ਸਿੰਦੂਰ ਮਿਟਾ ਦਿੱਤਾ ਗਿਆ, ਉਸ ਕਰਕੇ ਇਹਦਾ ਨਾਂ ਸਿੰਦੂਰ ਜਿਹੜਾ ਰੱਖਿਆ ਯੁੱਧ ਦਾ, ਔਰ ਉਹਨਾਂ ਨੇ ਉਸ ਯੁੱਧ ਦੇ ਨਾਂ ਦੇ ਉੱਤੇ ਲੜਾਈ ਲੜੀ ਹੈ ਔਰ ਪਾਕਿਸਤਾਨ ਨੂੰ ਬਹੁਤ ਵੱਡੀ ਸੱਟ ਮਾਰੀ ਹੈ। ਇਹਦੇ ਵਿੱਚ ਸਾਡਾ ਵੀ ਨੁਕਸਾਨ ਹੋਇਆ, ਜਿਹੜਾ ਬੜਾ ਦੁਖਦਾਈ ਹੈ। ਸਾਡਾ ਨੁਕਸਾਨ ਨਹੀਂ ਸੀ, ਇੰਨਾ ਵੀ ਨਹੀਂ ਹੋਣਾ ਚਾਹੀਦਾ। ਔਰ ਉਸ ਤੋਂ ਬਾਅਦ ਜਿਹੜਾ ਅਮਰੀਕਾ ਨੇ ਆ ਕੇ ਸੀਜ਼ ਫਾਇਰ ਕਰਾਇਆ, ਫਿਰ ਉਹਨਾਂ ਨੇ ਉਹਦਾ ਉਲੰਘਣ ਕੀਤਾ ਹੈ। ਅਸੀਂ ਭਾਰਤ ਸਰਕਾਰ ਕੋਲ ਮੰਗ ਕਰਦੇ ਹਾਂ ਕਿ ਇਹਨੂੰ ਪਰਮਾਨੈਂਟਲੀ ਦਾਬਤਾ ਜਾਏ, ਨੱਪਤਾ ਜਾਏ, ਖਤਮ ਕਰਤਾ ਜਾਏ ਤਾਂ ਕਿ ਦੁਬਾਰਾ ਐਸੀ ਜੰਗ ਨਾ। ਇਹ ਹਮਨ ਕਰਾਇਆ ਗਿਆ, ਬਹੁਤ ਵਧੀਆ ਗੱਲ ਹੈ। ਮਤਲਬ ਦੇਸ਼ ਦੀ ਖੁਸ਼ਹਾਲੀ ਵਾਸਤੇ, ਸ਼ਾਂਤੀ ਵਾਸਤੇ ਕਰਾਇਆ ਗਿਆ। ਜਿਹੜਾ ਸੀਜ਼ ਫਾਇਰ ਹੋਇਆ, ਮੈਂ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈਗਾ, ਕਿਉਂਕਿ ਪਾਕਿਸਤਾਨ ਜਿਹੜਾ ਨਾ, ਪਾਕਿਸਤਾਨ ਉਹ ਮਤਲਬ ਬੰਦੇ ਦਾ ਪੁੱਤ ਬਣਨ ਵਾਲਾ ਨਹੀਂ ਹੈਗਾ। ਮੈਂ ਸੁਣਿਆ ਬਜ਼ੁਰਗਾਂ ਕੋਲੋਂ ਭਈ ਸੱਪ ਨੂੰ ਇੱਕ ਲਾਠੀ ਮਾਰਨਾ ਪਾਪ ਹੈ, ਉਹਨੂੰ ਪੂਰੀ ਤਰ੍ਹਾਂ ਕੁਚਲ ਦਿਓ। ਇਹ ਹੁਣ ਮਤ ਸਮਝ ਲਓ ਭਈ ਇਹ ਸੱਪ ਵੈ, ਇਹਦੀ ਖਸਰਤ ਉਹ ਜਿਹੀ ਹੈ, ਫਿਰ ਡੰਗ ਮਾਰੇਗਾ, ਬਹੁਤ ਜਲਦੀ ਮਾਰੇਗਾ। ਮੋਦੀ ਜੀ ਕੋਲ ਮੈਂ ਮਤਲਬ ਥੋੜ੍ਹੀ ਜਿਹੀ, ਮੈਂ ਮੋਦੀ ਦਾ ਫੈਨ ਆ, ਭਗਤ ਉਹਨਾਂ ਸਮਝ ਲਓ ਭਈ, ਪਰ ਥੋੜ੍ਹੀ ਜਿਹੀ ਮੋਦੀ ਗਲਤੀ ਕਰ ਗਏ ਨੇ ਵੀ ਇਹ ਬਹੁਤ ਜਲਦੀ ਕਰਕੇ ਸੀਜ਼ ਫਾਇਰ ਨੂੰ। ਅਮਰੀਕਾ ਕੌਣ ਹੈ? ਕੀ ਅਮਰੀਕਾ? ਹੂਜ਼ ਅਮਰੀਕਾ? ਕੌਣ? ਟਰੰਪ ਕੌਣ ਹੈ? ਕੀ ਉਹਨੇ ਸਾਡਾ ਕੁਝ ਸੋਚਿਆ? ਜਦੋਂ ਮਤਲਬ ਸਾਡੇ ਦੇਸ਼ 'ਤੇ ਮਤਲਬ ਕੋਈ ਅੱਤਵਾਦੀ ਹਮਲੇ ਹੁੰਦੇ ਨੇ, ਅਸੀਂ ਕਿਹਾ ਵੀ ਟਰੰਪ ਨੂੰ ਮਤਲਬ ਗੁਹਾਰ ਲਗਾਈ ਹੈ, ਲੇਕਿਨ ਟਰੰਪ ਨੇ ਸਾਡੀ ਨਹੀਂ ਸੁਣੀ। ਅਤੇ ਮੋਦੀ ਜੀ ਨੂੰ ਥੋੜ੍ਹੀ ਜਿਹੀ ਜਲਦੀ ਕਰ ਗਏ ਨੇ, ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਪਾਕਿਸਤਾਨ ਨੂੰ ਥੋੜ੍ਹਾ ਜਿਹਾ ਹੋਰ ਨੱਪਣਾ ਚਾਹੀਦਾ ਸੀ, 2-4 ਦਿਨ ਛਿੱਤਰ ਹੋਏ ਫਿਰਨੇ ਚਾਹੀਦੇ ਸੀ। ਬਸ ਇਹਨਾਂ ਕੋਲ ਮੈਂ ਕਹਾਂਗਾ ਦੇਖੋ, ਉਹਦੀ ਖਸਰਤ ਹੈ ਜੀ, ਉਹਨੇ ਤਾਂ ਇਹ ਕਰਨੀ ਸੀ ਔਰ ਮੈਨੂੰ ਉਮੀਦ ਹੈ ਕਿ ਉਹ ਫਿਰ ਕਰੇਗਾ। ਮੈਨੂੰ ਉਮੀਦ ਹੈ ਵੀ ਕੱਲ੍ਹ 12 ਤਰੀਕ ਹੈ, ਕੱਲ੍ਹ ਤੇ ਸਮਝੌਤਾ ਆਉਣਾ, ਲਿਖਾ ਪੜ੍ਹੀ ਹੋਣੀ ਹੈ और लिखा पढ़ी ਦੇ ਵਿੱਚ ਕੋਈ ਵੀ ਸਮਝੌਤਾ ਜਿਹੜਾ ਨਾ ਉਹ ਹੱਲ ਨਹੀਂ ਹੋਣਾ। ਮੈਨੂੰ ਉਮੀਦ ਹੈ ਕੱਲ ਫਿਰ ਜੁੱਤੀ ਫਿਰੇਗੀ। काटेंगे तो कटेंगे। आज देश इनसे कह रहा है तुमसे नहीं हो पाएगा। Can you understand the ignorance? We are not looking for your admiration. आपको अपना काम करना पड़ेगा। राजनीति देखिए चाणक्य न्यूज इंडिया के साथ। बच्चों के भविष्य से खिलवाड़, ग्रामीण क्षेत्र में गुम विकास, न्यायिक क्रिया में
भेदभाव। तभी हुई गरीबों की आवाज, पर अब होगी जनता की बात। सड़क से पहुंचेगी संसद तक आवाज। सिर्फ सुन सरकार। देखिए चाणक्य न्यूज इंडिया पर।